ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ। ਇਸ਼ਨਾਨ ਕਰੈ ਪਰ ਮੈਲ ਨ ਜਾਈ। ਮਨ ਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ। ਇਸ਼ਨਾਨ ਕਰੈ ਪਰ ਮੈਲ ਨ ਜਾਈ। ਜੀਵਤ ਮਰੈ ਗੁਰ ਸ਼ਬਦ ਵਿਚਾਰੇ। ਹਉਮੈ ਮੈਲ ਚੁਕਾਵਣਿਆ। ਜੀਵਤ ਮਰੈ ਗੁਰ ਸ਼ਬਦ ਵਿਚਾਰੇ। ਹਉਮੈ ਮੈਲ ਚੁਕਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਾਂ ਸਰਵਣ ਕਰ ਰਹੇ ਸੀ ਪਿਛਲੇ ਦਿਨੇ। ਸਤਿਗੁਰੂ ਬਖਸ਼ਿਸ਼ ਕਰ ਰਹੇ ਸੀ ਕਿ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਗਿਆਨ ਹੁੰਦਾ ਹੈ। ਗੁਰਮੁਖ ਬਣ ਕੇ ਜਦੋਂ ਚੱਲਦਾ ਹੈ, ਹਰਸਰ ਸਾਗਰ ਨਿਰਮਲ ਸੋਈ। ਸੰਤ ਚੁਗਿਆ ਨਿਤ ਗੁਰਮੁਖ ਹੋਈ। ਗੁਰਮੁਖ ਗੁਰਮਤਿ ਅਨੁਸਾਰ ਚੱਲਣ ਵਾਲੇ ਰੱਬ ਦੇ ਪਿਆਰੇ ਹਰੀ ਸਰ ਤੇ ਹਰੀ ਸਾਗਰ ਤੇ ਜਾ ਕੇ ਇਸ਼ਨਾਨ ਕਰਦੇ ਹਨ, ਭਾਵ ਆਪਣੀ ਮੱਤ ਨੂੰ ਸਾਫ਼ ਕਰਦੇ ਹਨ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਗ ਚੁਗੈ ਨੀ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਸਰਵਰ ਮੈਂ ਹੰਸ ਪ੍ਰਾਨ ਪਤੀ ਪਾਵੈ। ਇਉਂ ਰੱਬ ਦੇ ਪਿਆਰੇ ਜਿਹੜੇ ਹਨ ਗੁਰੂ ਸਾਗਰ ਚੋਂ, ਭਾਵ ਗੁਰਮਤਿ ਚੋਂ, ਗੁਰੂ ਦੇ ਬਚਨਾਂ ਚੋਂ ਆਪਣੀ ਮੱਤ ਨੂੰ ਸਾਫ਼ ਕਰਦੇ ਆ, ਗਿਆਨ ਪ੍ਰਾਪਤ ਕਰਦੇ ਆ। ਔਰ ਉਹ ਗਿਆਨ ਮਨੁੱਖ ਦੇ ਅੰਦਰੋਂ ਹਉਮੈ, ਹੰਕਾਰ, ਵਿਸ਼ੇ ਵਿਕਾਰ ਆਦਿ ਮੈਲਾਂ ਨੂੰ ਦੂਰ ਕਰਦਾ ਹੈ। ਇਸ਼ਨਾਨ ਕਰੇ ਸਦਾ ਦਿਨ ਰਾਤੀ। ਹਉਮੈ ਮੈਲ ਚੁਕਾਵਣਿਆ। ਇਸ ਤਰ੍ਹਾਂ ਹੰਸਾਂ ਨੂੰ, ਭਾਵ ਪਰਮੇਸ਼ਰ ਦੇ ਪਿਆਰਿਆਂ ਨੂੰ, ਨਿਰਮਲ ਹੰਸਾ ਪ੍ਰੇਮ ਪਿਆਰ ਹਰਸਰ ਵਸੈ ਹਉਮੈ ਮਾਰ। ਇਉਂ ਨਿਰਮਲ ਰੂਹਾਂ, ਹੰਸ ਕਹਿੰਦੇ ਆ ਰੂਹ ਨੂੰ। ਜੀਵ ਆਤਮਾ ਨੂੰ ਹੰਸ ਕਿਹਾ ਗਿਆ ਬਾਣੀ ਵਿੱਚ। ਇਉਂ ਇਹ ਜੀਵ ਆਤਮਾ ਸਾਡੀ ਪਵਿੱਤਰ ਹੋ ਕੇ ਗੁਰੂ ਦੇ ਪ੍ਰੇਮ ਦੇ ਵਿੱਚ, ਗੁਰੂ ਦੇ ਪਿਆਰ ਵਿੱਚ ਹਉਮੈ ਹਰ ਸਰ ਵਸੈ। ਮਾਨ ਸਰੋਵਰ 'ਤੇ ਵਸਦੀ ਹੈ, ਭਾਵ ਗੁਰੂ ਦੇ ਚਰਨਾਂ ਵਿੱਚ ਵਸਦੀ ਹੈ। ਹਉਮੈ ਮਾਰ, ਹੰਕਾਰ ਨੂੰ ਮਾਰ ਕੇ, ਹੰਕਾਰ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਵਸਦਾ ਹੈ ਜੀਵ। ਅਹਿਨਿਸ ਪ੍ਰੀਤ ਸ਼ਬਦ ਸਾਚਾ ਹਰ ਸਰ ਵਾਸਾ ਪਾਵਣਿਆ। ਤੇ ਦਿਨ ਰਾਤ ਫਿਰ ਉਸ ਪ੍ਰਭੂ ਦੇ ਸ਼ਬਦ ਨਾਲ ਪਿਆਰ ਕਰਦੇ ਆ। ਇਉਂ ਨਾਮ ਜਪਦੀਆਂ ਜਪਦੀਆਂ ਰੂਹਾਂ ਪਰਮੇਸ਼ਰ ਦੇ ਵਿੱਚ ਮਿਲ ਜਾਂਦੀਆਂ। ਦੂਜੇ ਪਾਸੇ ਗੱਲ ਕਰ ਰਹੇ ਹਨ, ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ। ਕਿਆ ਬਗ ਬੱਪੜਾ ਛਪੜੀ ਨਹਾਏ।
कीचड़ डूबै मैल न जाए। एक हंस ते एक बगला, जिवें मनुख मनमुख ते गुरमुख दोने बाहरों वेखण विच तां मनुख ही आ, पर अंदरले सुभाਅ दा फर्क है, अंदरले जीवन दा फर्क है। तो मनमुख नूं बगले दी डेफिनेशन दित्ती गई है ते गुरमुखां नूं हंसां दी। हंस जिहड़े हन, गुरमुख जिहड़े हन, गुरु चरनां विच वसदे आ हमेशा, ते बगला जिहड़ा है मनमुख, वो अपने हंकार विच रहिंदा है, अपने हंकार विच वसदा है ते अपने जीवन नूं, अपनी मत नूं हमेशा गंदी करदा। और बाहरी तौर ते भावें तीर्थां ते नहाउंदा फिरे, पर अंदरली महल बाहरों पानी नाल नहातियां नहीं जांदी। इशनान करे पर मैल ना जाए, क्योंकि जिहड़ी अंदरली मैल आ, वो ज्ञान की मत नाल लैनी आ, ज्ञान नाल लैनी आ, बंदा पानी नाल धोंदा। इस करके जिन्ना चिर गुरु के ज्ञान नूं प्राप्त नहीं करता, उन्ना चिर भावें पातशाह जी कहंदे सतगुर की प्रतीत न आईया, शब्द न लागो भाओ, उसनों सुख न उपजै, भावें 100 गेड़ा आओ जाओ। भावें 100 गेड़े मार लवे, फिर सुख नहीं मिल सकता। इस करके सतगुर ने क्लीयर कट गल कर दिती कि गुरु वाले बने बिना गल नहीं बननी। मनमुख सदा बग मैला, हउमੈ मल लाई, इशनान करे पर मैल न जाई। जीवत मरै गुर शब्द विचारे, जिहड़ा जिउंदा मर जांदा, भाव माड़े पासियों अपना मूँह मोड़ लैंदा, विषे विकारां नूं त्याग दिंदा, गुरु नाल जुड़ जांदा। इहनूं कहंदी है जिउंदे मरना, गुरु दे शब्द दी विचार नूं जिंदगी विच वसाउणा। हउमੈ मैल चुकावने आ, ते फिर गुरु जो कहंदा उहदे मुताबक चलदियां होइआं अपने अंदरों हउमੈ हंकार विषे विकारां दी मत नूं त्याग देना। तो ये चीज़ किधरे बाहर दूर जाने की लोड़ नहीं, घरों ही मिल सकती आ। सब कुछ घर में बाहर नाही, बाहर टोले सो भरम भुलाही, गुरु ने दसिया। रतन पदार्थ घर ते पाया, पूरे सतगुर शब्द सुनाया। जदों पूरे गुरु ने ज्ञान बख्शिश किया, तो पता लग्या भी वो जिहड़ा परमेश्वर रूपी नाम रूपी रतन है ना, वो हरेक मनुख के अंदर ही पिया। बस परमेश्वर ने अंदर रख के जिंदा मारता, ताला मारता, ते चाबी जिहड़ी गुरु नूं फड़ाती, ते जिहड़े जिहड़े गुरु कोले जांदे आ, गुरु उन्हां दा ताला खोल दिंदा, उन्हां नूं सोझी दे दिंदा, उन्हां नूं सीधे रस्ते पा दिंदा। ते गुरु उन्हां दा ताला खोल के उन्हां दे अंदर पे नाम रूपी पदार्थ नूं प्राप्त करवा दिंदा। रतन पदार्थ घर ते पाया, पूरे सतगुर शब्द सुनाया, गुर प्रसाद मिटिया अंधियारा। हनेरा, चानण विच भी हनेरा हुंदा कई बारी। ये जरूरी नहीं भी रात के हनेरे नूं हनेरा कहा गया है, अज्ञानता भी एक हनेरा है। तुहाडी अपनी ही गड्डी राह खड़े खराब हो जावे, तुसीं उस नूं जानकारी नहीं रखदे ठीक करन दी, तो तुसीं चिट्टे दिन विच भी उहनूं दुबारे चला नहीं सकते मिस्त्री तो बगैर। मतलब चानण विच भी हनेरा है, इहनूं कहंदे आ अज्ञानता। अज्ञानता दा हनेरा जिहड़े मनुख दे दिमाग ते पिया होया है, उस नूं अपने अंदर पे परमेश्वर दे नाम रूपी पदार्थ भी दिखाई नहीं दिंदे। जिस तरह हनेरे भी सारा कुछ लुप जाता है, दिसदा नहीं, गुप्त हो जाता। कमरे विच हनेरा है, कमरे विच बहुत समान पिया, पेटियां आदि सारा समान पिया, पर दिसदा ही नहीं, क्योंकि हनेरे ने नप्पिया होया। उस तरह ही अज्ञानता दे विच भी मनुख नूं सोझी नहीं आउंदी, ते अज्ञानता दूर हुंदी है गुरु दे ज्ञान नाल। सतगुर नानक प्रगटिया, मिटी धुंध जग चानण होआ। इहदा मतलब ये थोड़ा भी कोई धुंध पै रही सी ते बाबा जी दे जन्म लैण नालों खत्म हो गई। ये उदाहरण है। ज्यों कर सूरज निकलिया,
ਜਿਵੇਂ ਸੂਰਜ ਨਿਕਲਦਾ, ਧੁੰਦ ਉੱਡ ਜਾਂਦੀ ਹੈ ਗਰਮੈਸ਼ ਨਾਲ। ਸੂਰਜ ਨਿਕਲਣ 'ਤੇ ਤਾਰੇ ਦਿਖਾਈ ਦੇਣੇ ਬੰਦ ਹੋ ਜਾਂਦੇ ਆ, ਛੁਪ ਜਾਂਦੇ ਆ। ਉਸੇ ਤਰ੍ਹਾਂ ਬਾਬੇ ਨਾਨਕ ਦੇ ਆਉਣ ਨਾਲ ਜੋ ਦੁਨੀਆ ਵਿੱਚ ਕਰਮਕਾਂਡ ਚੱਲਦਾ ਸੀ, ਪਖੰਡ ਚੱਲਦਾ ਸੀ, ਕੂੜ ਚੱਲਦਾ ਸੀ, ਦੁਨੀਆ ਦੀ ਸ਼ੋਸ਼ਣ ਕਰਨ ਦੇ ਲਈ ਜੋ ਠੱਗੀਆਂ ਚੱਲਦੀਆਂ ਸਨ, ਉਹ ਗੁਰੂ ਨੇ ਜਦੋਂ ਉੱਚੀ ਨਾਅਰਾ ਮਾਰਿਆ, ਉੱਚੀ ਉੱਚੀ ਦੱਸਣਾ ਕੀਤਾ ਸੱਚ ਦੇ ਬਾਰੇ, ਤਾਂ ਉਹਨਾਂ ਪਖੰਡੀਆਂ ਨੂੰ ਆਪਣੇ ਬਿਸਤਰੇ ਗੋਲ ਕਰਨੇ ਪਏ। ਜਿਵੇਂ ਸੂਰਜ ਚੜ੍ਹਿਆ ਤਾਰੇ ਲੁਕ ਜਾਂਦੇ ਆ, ਉਹ ਵੀ ਉੱਡ ਗਏ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਦੁਨੀਆ ਵਿੱਚ ਆਏ, ਉਹਨਾਂ ਨੇ ਆਪਣੇ ਗਿਆਨ ਦਾ ਪ੍ਰਚਾਰ ਕੀਤਾ। ਜਿਸ ਤਰ੍ਹਾਂ ਜੰਝੂ ਪਾਉਂਦਿਆਂ ਹੋਇਆਂ ਪੰਡਤ ਹਰਦਿਆਲ ਨੂੰ ਕਹਿੰਦੇ ਇਹਦਾ ਕੀ ਫਾਇਦਾ ਹੋਵੇਗਾ, ਅਤੇ ਉਹਨਾਂ ਦੀ ਉਹੀ ਪੁਰਾਣੀ ਪੱਕੀ ਪਕਾਈ ਗੱਲ ਕਹਿੰਦਾ ਜੀ ਬੰਦਾ ਧਰਮੀ ਹੋ ਜਾਂਦਾ ਇਹਨੂੰ ਪਾ ਕੇ। ਅਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹਨੂੰ ਪਾ ਕੇ ਧਰਮੀ ਹੋ ਜਾਂਦਾ ਹੈ, ਪਰ ਚਾਹੇ ਫਿਰ ਵੀ ਠੱਗੀਆਂ ਮਾਰਦਾ ਰਹੇ। ਅੰਦਰੋਂ ਤਾਂ ਬਦਲਿਆ ਨਹੀਂ ਨਾ, ਬਾਹਰੋਂ ਧਾਗਾ ਪਾਉਣ ਦੇ ਨਾਲ ਜਾਂ ਬਾਹਰੋਂ ਧਾਰਮਿਕ ਚਿੰਨ੍ਹ ਪਹਿਨਣ ਦੇ ਨਾਲ, ਚਾਹੇ ਉਹ ਸਿੱਖੀ ਦੇ ਹੈ, ਚਾਹੇ ਉਹ ਹਿੰਦੂ ਮੰਨਦੇ ਹੈ, ਚਾਹੇ ਉਹ ਮੁਸਲਮਾਨੀ ਮੰਨਦੇ ਹੈ, ਚਾਹੇ ਈਸਾਈ ਮੰਨਦੇ ਹੈ, ਬਾਹਰੀ ਤੌਰ 'ਤੇ ਚਿੰਨ੍ਹ ਪਾਉਣ ਦੇ ਨਾਲ ਬੰਦਾ ਅੰਦਰੋਂ ਜੇ ਬਦਲਦਾ ਨਹੀਂ ਤਾਂ ਫਿਰ ਬਾਹਰਲੇ ਪਾਉਣ ਦਾ ਵੀ ਕੋਈ ਫਾਇਦਾ ਨਹੀਂ। ਕਹੋ ਸਤਿਨਾਮ ਸੀ, ਸਿੱਧੀ ਜੀ ਗੱਲ ਹੈ। ਬਾਬੇ ਨਾਨਕ ਨੇ ਉੱਥੇ ਪੰਡਤ ਹਰਦਿਆਲ ਨੂੰ ਕੇਵਲ ਹਿੰਦੂ ਮੱਤ ਬਾਰੇ ਨਹੀਂ ਕਿਹਾ, ਸਾਡੇ ਬਾਰੇ ਵੀ ਕਿਹਾ। ਜੇ ਅਸੀਂ ਸਿੱਖੀ ਦੇ ਚਿੰਨ੍ਹ ਪਹਿਨ ਕੇ ਸਿੱਖੀ ਮੁਤਾਬਕ ਨਹੀਂ ਚੱਲਦੇ ਤਾਂ ਫਿਰ ਅਸੀਂ ਵੀ ਪ੍ਰਵਾਨ ਨਹੀਂ ਹੋਣੇ। ਪਾਤਸ਼ਾਹ ਜੀ ਕਹਿੰਦੇ ਪੰਡਤ ਹਰਦਿਆਲ ਨੂੰ, ਕਹਿੰਦੇ ਜੇ ਭਲਾ ਕੋਈ ਇਹ ਜਨੇਊ ਪਾ ਕੇ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ, ਇਹ ਸਾਰਾ ਕੁਝ ਕਰਦਾ ਰਹੇ, ਬਸ ਤੱਗ ਕਪਾਹੋਂ ਕੱਤੀਏ, ਬਾਹਮਣ ਵੱਟੇ ਆਏ ਅਤੇ ਬਾਹਮਣ ਧਾਗਾ ਬਣਾ ਕੇ ਜਨੇਊ ਦਾ ਅਤੇ ਧਾਗੇ ਦਾ ਰੂੰ ਦਾ ਪਾ ਦੇਵੇ ਗਲ ਵਿੱਚ, ਬਸ ਧਰਮੀ ਹੋ ਗਿਆ ਬੰਦਾ। ਅਤੇ ਫਿਰ ਕਿਸੇ ਪੰਡਤ ਹਰਦਿਆਲ ਨੂੰ ਅਤੇ ਕਿਸੇ ਹੋਰ ਪੰਡਤ ਨੂੰ ਜਵਾਬ ਨਹੀਂ ਆਇਆ ਵੀ ਗੱਲ ਤਾਂ ਬਾਬੇ ਦੀ ਸਹੀ ਆ, ਗੱਲ ਤਾਂ ਨਾਨਕ ਦੀ ਸਹੀ ਆ, ਵੀ ਬੰਦੇ ਨੂੰ ਪੁੱਠੇ ਕੰਮ ਵੀ ਤਾਂ ਛੱਡਣੇ ਚਾਹੀਦੇ ਆ। ਧਾਰਮਿਕ ਚਿੰਨ੍ਹ ਪਾਉਣ ਦਾ ਮਤਲਬ ਕੰਟਰੋਲ, ਪਰ ਕੰਟਰੋਲ ਤਾਂ ਹੈ ਹੀ ਨਹੀਂ। ਤੱਗ ਨਾ ਦੇਵਾ ਤੱਗ ਨਾ ਅੱਖੀ, ਤੱਗ ਨਾ ਪੈਰੀ ਤੱਗ ਨਾ ਹੱਥੀ। ਨਾ ਪੈਰਾਂ 'ਤੇ ਕੰਟਰੋਲ, ਨਾ ਹੱਥਾਂ 'ਤੇ ਕੰਟਰੋਲ, ਨਾ ਜੀਭ 'ਤੇ ਕੰਟਰੋਲ, ਨਾ ਅੱਖਾਂ 'ਤੇ ਕੰਟਰੋਲ, ਨਾ ਕੰਨਾਂ 'ਤੇ ਕੰਟਰੋਲ। ਕਹੋ ਸਤਿਨਾਮ। ਤੱਗ ਦਾ ਮਤਲਬ ਬ੍ਰੇਕ। ਜੇ ਗੱਡੀ ਦੇ ਬ੍ਰੇਕ ਹੀ ਨਾ ਹੋਣ ਤਾਂ ਕਿੱਡੀ ਵੀ ਸੋਹਣੀ ਹੋਵੇ, ਫੁੱਟੂ ਹੀ ਫੁੱਟੂ ਇੱਕ ਦਿਨ, ਕਿਉਂਕਿ ਕੰਟਰੋਲ ਹੀ ਹੈ ਨਹੀਂ ਗਾ। ਇਸੇ ਤਰ੍ਹਾਂ ਹੀ ਬੰਦਾ ਜਿਹੜਾ ਹੈ, ਇਸ ਨੂੰ ਧਰਮ ਦੇ ਕੰਟਰੋਲ ਪਾਏ ਗਏ ਆ, ਬ੍ਰੇਕ ਲਾਏ ਗਏ ਨੇ, ਪਰ ਇਹਦੇ ਸਭ ਕੁਝ ਬ੍ਰੇਕ ਹੀ ਫੇਲ ਹੈ। ਤੱਗ ਜਨੇਊ ਨੂੰ ਕਹਿੰਦੇ ਆ। ਆ ਜਿਹੜਾ ਕੜਾ ਸਾਡੀ ਬਾਂਹ ਵਿੱਚ ਪਾਇਆ ਨਾ, ਜਦੋਂ ਸੱਜੇ ਹੱਥ ਨਾਲ ਪੁੱਠਾ ਸਿੱਧਾ ਕੰਮ ਕਰੇਗਾ, ਇਹ ਕੜਾ ਤੈਨੂੰ ਵਰਜਦਾ ਹੈ। ਵੇਖੀ ਕਿਤੇ ਗੁਰੂ ਦੇ ਓਟ ਤਾਂ ਨਹੀਂ ਚੱਲ ਰਿਹਾ, ਜੇ ਚੱਲ ਰਿਹਾ ਤਾਂ ਰੁਕ ਜਾ, ਤੂੰ ਗਲਤ ਹੈ। ਕੜਾ ਸਾਹਮਣੇ ਦਿਖਾਈ ਦੇਵੇਗਾ ਸਾਨੂੰ, ਸੱਜੇ ਹੱਥ ਵਿੱਚ ਪਵਾਇਆ ਜਾਂਦਾ। ਅਤੇ ਇਸੇ ਤਰ੍ਹਾਂ ਇਹ ਸਾਰੇ ਜਿਹੜੇ ਧਾਰਮਿਕ ਚਿੰਨ੍ਹ ਹਨ, ਇਹ ਸਾਨੂੰ ਕੁਝ ਸਮੇਂ 'ਤੇ ਕੰਟਰੋਲ ਕਰਦੇ ਆ, ਪਰ ਜੇ ਕੰਟਰੋਲ ਹੀ ਨਹੀਂ ਹੈਗਾ ਬੰਦਾ, ਤਾਂ ਫਿਰ ਇਹਨਾਂ ਨੂੰ ਪਾਉਣ ਦਾ ਕੀ ਫਾਇਦਾ। ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ। ਬੇਤੱਗਾ ਆਪੇ ਵਤੈ ਵਟ ਧਾਗੇ ਅਵਰਾਂ ਘੱਤੈ, ਲੈ ਪਹਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ। ਦੋ ਬੱਚਿਆਂ ਦਾ ਵਿਆਹ ਕਰਨ ਵੇਲੇ ਵੀ ਕਹਿੰਦੇ ਪਹਾੜਾ ਮੰਗਦਾ, ਕਿਰਾਇਆ ਮੰਗਦਾ, ਭਾਵ ਦਾਨ ਦਛਨਾ ਮੰਗਦਾ। ਇਹ ਗਲਤ ਹੋ ਰਿਹਾ ਹੈ ਤੇਰਾ ਕੰਮ। ਦੋ ਰੂਹਾਂ ਨੂੰ ਮਿਲਾਉਣ ਵਾਸਤੇ, ਦੋ ਬੱਚੇ ਬੱਚੀ ਦੀ ਸ਼ਾਦੀ ਕਰਨ ਵਾਲੇ ਜਿਹੜਾ ਤੂੰ ਪੈਸਾ ਮੰਗਦਾ, ਇਹ ਤੂੰ ਆਪਣਾ ਜੀਵਨ ਬਰਬਾਦ ਕਰਦਾ। ਸੱਸੈ ਸੰਜਮ ਗਇਓ ਮੂੜੇ, ਓਏ ਮੂਰਖਾ ਤੇਰਾ ਸਬਰ ਸਨੋਕ ਜਮਾਂ ਹੀ ਉੱਡ ਗਿਆ। ਏਕ ਦਾਨ ਤੁਧ ਕੁਥਾਏ ਲਿਆ, ਇੱਕ ਦਾਨ ਤੂੰ ਬਹੁਤ ਮਾੜਾ ਲੈ ਰਿਹਾ ਹੈ। ਇਹ ਤੇਰਾ ਜੀਵਨ ਬਰਬਾਦ ਕਰ ਦਊਗਾ, ਕਿਉਂਕਿ ਦਾਨ ਕਈ ਤਰ੍ਹਾਂ ਦੇ ਲੈਂਦੇ ਹਾਂ ਅਸੀਂ। ਪੰਡਤ ਲੋਕ ਲੈਂਦੇ ਆ ਗੁਰੂ ਘਰ ਦੇ ਵਿੱਚ ਵੀ ਬੰਦਾ ਕਹਿੰਦਾ ਮੈਂ ਦਾਨ ਕਰਕੇ ਆਉਣਾ। ਦਾਨ ਤਾਂ ਛੋਟੇ ਨੂੰ ਕੀਤਾ ਜਾਂਦਾ, ਗੁਰੂ ਸਾਹਿਬ ਨੂੰ ਕੀ ਦਾਨ ਕਰਾਂਗੇ। ਗੁਰੂ ਨੇ ਸਾਨੂੰ ਦਾਨ ਕੀਤੇ 4 ਪੁੱਤਰ, ਪੰਥ ਨੂੰ, ਪੰਥ 'ਤੇ ਸਾਜਣ ਵਾਸਤੇ। ਗੁਰੂ ਤਾਂ ਸਾਥੋਂ ਵੱਡਾ ਦਾਨੀ, ਅਸੀਂ ਗੁਰੂ ਨੂੰ ਕੀ ਦਾਨ ਕਰਾਂਗੇ। ਗੁਰਮਤਿ ਵਿੱਚ ਦਾਨ ਸ਼ਬਦ ਗਲਤ ਹੈ।
ਤਾਂ ਹਿੰਦੂ ਮਤ ਵਿੱਚ ਬੜੇ ਤਰ੍ਹਾਂ ਦੇ ਦਾਨ ਉਹ ਲੈਂਦੇ ਸੀਗੇ, ਅਤੇ ਪਾਤਸ਼ਾਹ ਕਹਿੰਦੇ ਬਸ ਇੱਕ ਦਛਨਾ ਲੈਣੀ ਮਾੜੀ ਹੈ ਤੇਰੇ ਵਾਸਤੇ। ਸੱਸੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਕੁਥਾਏ ਲਿਆ, ਸਾ ਪੁੱਤਰੀ ਜਜਮਾਨ ਕੀ ਸਾਈ ਤੇਰੀ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਬਈ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਤੇਰੇ ਜਜਮਾਨ ਦੀ, ਜਜਮਾਨ ਜਿਨ੍ਹਾਂ ਦੀ ਤੋਂ ਪੂਜਾ ਖਾਨਾ, ਜਿਨ੍ਹਾਂ ਤੋਂ ਲੈ ਕੇ ਜਿਹੜੇ ਤੈਨੂੰ ਦਾਨ ਪੁੰਨ ਕਰਦੇ ਆ ਉਹ ਜਜਮਾਨ ਕਹਾਉਂਦੇ ਆ, ਇਹ ਪੰਡਤ ਕਹਾਉਂਦਾ। ਸਾਈ ਪੁੱਤਰੀ ਜਜਮਾਨ ਕੀ ਸਾਈ ਤੇਰੀ, ਏਤ ਧਾਨ ਖਾਧੇ ਤੇਰਾ ਜਨਮ ਗਿਆ। ਉਦੋਂ ਧਾਨ, ਕਣਕ, ਚੌਲ, ਗੁੜ ਆਦਿ ਇਹ ਦੇ ਦਿੰਦੇ ਸੀਗੇ। ਪੈਸਾ ਘੱਟ ਚੱਲਦਾ ਸੀ, ਵਸਤੂਆਂ ਦੇ ਦਿੰਦੇ ਬ੍ਰਾਹਮਣ ਨੂੰ, ਵੀ ਲੈ ਵਿਆਹ ਲੈ ਜਾਓ ਬਾਬਾ ਜੀ, ਪਰ ਇਹ ਖਾ ਕੇ ਤੇਰਾ ਜੀਵਨ ਖਰਾਬ ਹੋ ਜਾਊਗਾ, ਅੱਗੇ ਤੇਰੀ ਮਰਜ਼ੀ ਆ। ਤੋ ਇਸ ਕਰਕੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਕਹਿ ਰਹੇ ਸੀ ਕਿ ਇਸ਼ਨਾਨ ਤਾਂ ਕਰਦਾ, ਤੀਰਥਾਂ 'ਤੇ ਨਹਾਉਂਦਾ, ਸਰੋਵਰਾਂ 'ਤੇ ਨਹਾਉਂਦਾ, ਪਰ ਮੈਲ ਨਹੀਂ ਲੈਂਦੀ ਅੰਦਰਲੀ। ਜੀਵਤ ਮਰੈ ਗੁਰ ਸ਼ਬਦ ਵਿਚਾਰੇ, ਜਿੰਨਾ ਚਿਰ ਗੁਰਮਤਿ ਅਨੁਸਾਰ ਚੱਲਣਾ ਨਹੀਂ ਸ਼ੁਰੂ ਕਰਦਾ ਉਹਨਾਂ ਚਿਰ ਨਹੀਂ ਗੱਲ ਬਣਦੀ। ਗੁਰ ਸ਼ਬਦ ਦੇ ਮੁਤਾਬਕ ਚੱਲੇ, ਫਿਰ ਹਉਮੈ ਮੈਲ ਚੁਕਾਵਣੇ ਆ, ਫਿਰ ਅੰਦਰੋਂ ਹੀ ਲੱਭ ਜਾਣਾ। ਰਤਨ ਪਦਾਰਥ ਘਰ 'ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰ ਪ੍ਰਸਾਦ ਮਿਟਿਆ ਅੰਧਿਆਰਾ। ਘਟ ਚਾਨਣ ਆਪ ਪਛਾਣਿਆ, ਅੰਦਰ ਜਦੋਂ ਚਾਨਣ ਹੋਇਆ ਫਿਰ ਆਪਣੇ ਆਪੇ ਦੀ ਪਛਾਣ ਆਈ। ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਮੇਰਾ ਕੰਮ ਕੀ ਹੈ। ਆਪਣੇ ਨਿਜ ਸਰੂਪ ਨੂੰ ਜਾਣਨਾ ਹੈ, ਆਪਾਂ ਕੌਣ ਆ। ਅਤੇ ਆਪਾਂ ਤਾਂ ਆਪਣੇ ਆਪ ਨੂੰ ਜਾਣਿਆ ਹੀ ਨਹੀਂ ਅਜੇ ਤੱਕ। ਆਪਾਂ ਕੌਣ ਆ, ਕਿੱਥੋਂ ਆਏ ਆ, ਕੀ ਲੈਣ ਆਏ ਆ, ਜਿੱਥੋਂ ਆਏ ਆ ਉੱਥੇ ਵਾਪਸ ਕਿਵੇਂ ਜਾਵਾਂਗੇ। ਰਤਨ ਪਦਾਰਥ ਘਰ 'ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰ ਪ੍ਰਸਾਦ ਮਿਟਿਆ ਅੰਧਿਆਰਾ। ਘਟ ਚਾਨਣ ਆਪ ਪਛਾਣਣੇ, ਫਿਰ ਆਪਣੇ ਆਪੇ ਦੀ ਬੰਦੇ ਨੂੰ ਪਛਾਣ ਆਉਣੀ ਆ। ਆਪ ਪਾਏ ਤੇ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਉਹ ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ, ਉਹੋ ਹੀ ਸਾਨੂੰ ਦੇਖ ਰਿਹਾ ਹੈ, ਉਹ ਸਾਡੇ ਬਾਰੇ ਸਭ ਜਾਣਦਾ ਹੈ। ਸਾਡੀ ਸੇਵਾ ਸੰਭਾਲ ਵੀ ਉਹ ਆਪ ਕਰਦਾ, ਸਾਡੀ ਪਾਲਣਾ ਵੀ ਉਹ ਆਪ ਕਰਦਾ ਹੈ। ਆਪ ਉਪਾਏ ਤੇ ਆਪਾਂ ਨੂੰ ਪੈਦਾ ਕਰਨ ਵਾਲਾ, ਜਿਵੇਂ ਪਰਮੇਸ਼ਰ, ਜਿਵੇਂ ਮਾਂ ਪਿਓ ਸਾਡੇ ਬੱਚਿਆਂ ਨੂੰ ਪੈਦਾ ਕਰਦਾ ਅਤੇ ਪਾਲਣਾ ਪੋਸ਼ਣਾ ਵੀ ਮਾਂ ਪਿਓ ਕਰਦਾ ਨਾ, ਇਸੇ ਤਰ੍ਹਾਂ ਸ੍ਰਿਸ਼ਟੀ ਦਾ ਮਾਂ ਪਿਓ ਪਰਮੇਸ਼ਰ ਹੈ। ਆਪ ਉਪਾਏ ਤੇ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਘਟੇ ਅੰਤਰ, ਗੁਰ ਕਿਰਪਾ ਤੇ ਪਾਵਨਿਆ। ਆਓ ਨਾਨਕ ਜੀ ਦੇ ਬਖਸ਼ੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰੀਏ, ਅਤੇ ਗੁਰੂ ਦੀ ਕਿਰਪਾ ਲੈ ਕੇ ਉਸ ਪਰਮੇਸ਼ਰ ਨਾਲ ਜੁੜਨਾ ਕਰੀਏ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕਰੀ। ਇਹਨਾਂ ਵਿਚਾਰਾਂ ਨੂੰ ਇੱਥੇ ਰੋਕਦੇ ਹਾਂ, ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਅੱਜ ਸੰਗਰਾਂਦ ਦਾ ਦਿਹਾੜਾ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਿੱਖ ਸੰਗਤਾਂ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੀਆਂ ਹੋਈਆਂ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੀਆਂ ਹਨ। ਅੱਜ ਪੋਹ ਦਾ ਮਹੀਨਾ ਆਰੰਭ ਹੋਣ ਲੱਗਿਆ। ਉਹ ਪੋਹ ਦਾ ਮਹੀਨਾ ਜਿਸ ਪੋਹ ਦੇ ਇਸ ਪੰਦਰਵਾੜੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ, ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ। ਆਓ 12 ਮਾਹਾਂ ਦੇ ਮੁਤਾਬਕ ਪੋਹ ਮਹੀਨੇ ਦੇ ਇਹ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੋਖ ਤੁਖਾਰ ਨ ਵਿਆਪਾਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗਣਾ ਸਾਹੋ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨ ਸਕਾਈ, ਮਿਲ ਸਾਧੂ ਗੁਣ ਗਾਹੋ।
जह ते उपजी तह मिली सच्ची प्रीत समाहो। कर गह लीनी पार ब्रह्म बहुड़ न बिछड़िया हो। मार जाओ लख बेरिया हर सज्जन अगामे अगाहो। शर्म पई नारायण नानक दर पईया हो। भुख सोहंदा सर्ब सुख जिस बख्शै बेपरवाहो। शर्म पई नारायण नानक दर पईया हो। भुख सोहंदा सर्ब सुख जिस बख्शै बेपरवाहो। वाहिगुरु। ये पवित्र बचन पंजवें पातशाह शहीदां दे सिरताज छतर चबर तखत दे मालक धन धन श्री गुरु अर्जन देव महाराज जी दे उचारण कीते होए 12 माहां दी बाणी जिस दे विच सतगुरां ने महीनिਆਂ ਦੇ ਨਾਮ ਤੇ ਪਵਿੱਤਰ 12 ਮਹਾਂ ਉਚਾਰਨ ਕੀਤਾ ਔਰ ਸੰਸਾਰ ਦਾ ਮਾਰਗ ਦਰਸ਼ਨ ਕਰਦੇ ਹੋਏ ਇਹ ਦੱਸਿਆ ਕਿਵੇਂ ਜਿਸ ਤਰ੍ਹਾਂ ਪਹਿਲਾਂ ਵੀ ਲੋਕ ਜਿਹੜੇ ਹਨ ਉਹ 12 ਮਹਾਂ ਲਿਖਦੇ ਸੀ, ਰਚਦੇ ਸੀ, ਪਰ ਉਹ ਕੇਵਲ ਤੇ ਕੇਵਲ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤ ਦੀ ਗਿਆਨ ਨਹੀਂ ਸੀ ਉਹਨਾਂ ਨੂੰ, ਕੇਵਲ ਪੁੰਨ ਪਾਪ ਦੇ ਚੱਕਰਾਂ ਵਿੱਚ ਪਏ ਹੋਏ ਸਨ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ 12 ਮਾਹਾਂ ਦੀ ਰਚਨਾ ਕੀਤੀ ਔਰ ਸੰਸਾਰ ਦਾ ਮਾਰਗ ਦਰਸ਼ਨ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਭੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ। ਜਿਨ੍ਹਾਂ ਨੂੰ ਨਾਹੋ ਕਹਿੰਦੇ ਆ ਮਾਲਕ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਮਾਲਕ ਮਿਲ ਗਿਆ, ਉਹਨਾਂ ਨੂੰ ਫਿਰ ਸੰਸਾਰ ਦੇ ਦੁੱਖ ਰੂਪੀ ਤੁਖਾਰ ਭਾਵ ਭਿਆਨਕ ਠੰਡ, ਜਿਸ ਤਰ੍ਹਾਂ ਅਸੀਂ ਅਗਨੀ ਦੇ ਕੋਲ ਬੈਠ ਕੇ ਠੰਡ ਨੂੰ ਦੂਰ ਕਰ ਲੈਂਦੇ ਹਾਂ, ਉਸੇ ਤਰ੍ਹਾਂ ਹੀ ਗੁਰੂ ਪਿਆਰਿਓ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਦੁੱਖ ਆਉਂਦੇ ਹਨ ਔਰ ਉਹਨਾਂ ਦੁੱਖਾਂ ਤੋਂ ਬਚਣ ਦੇ ਲਈ ਸਾਨੂੰ ਗੁਰੂ ਦੇ ਗਿਆਨ ਦੀ, ਬ੍ਰਹਮ ਗਿਆਨ ਦੀ ਗਰਮੈਸ਼ ਦੀ ਲੋੜ ਹੈ। ਜਿਨ੍ਹਾਂ ਨੂੰ ਗੁਰੂ ਮਾਲਕ ਮਿਲ ਗਿਆ, ਜਿਹੜੀਆਂ ਜੀਵ ਇਸਤਰੀਆਂ, ਜੀਵ ਰੂਹਾਂ ਆਪਣੇ ਮਾਲਕ ਗੁਰੂ ਦੇ ਗਲੇ ਲੱਗ ਗਈਆਂ, ਭਾਵ ਗੁਰੂ ਵਾਲੀਆਂ ਬਣ ਗਈਆਂ, ਉਹਨਾਂ ਨੂੰ ਸੰਸਾਰ ਦੇ ਦੁੱਖ ਰੂਪੀ ਠੰਡ, ਜੇਠ ਹਾੜ ਆਦਿ ਨਹੀਂ ਵਿਆਪਦੇ। ਉਹਨਾਂ ਨੂੰ ਇਹ ਦੁੱਖ ਦੁਖੀ ਨਹੀਂ ਕਰਦੇ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਭੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ। ਮਨ ਬੇਧਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹੋ। ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਬਿੰਨ ਗਿਆ, ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਦੇ ਚਰਨਾਂ ਦੀ ਜਿਹੜੀ ਹੈ ਪਿਆਸ ਲੱਗੀ ਹੈ, ਉਹਨਾਂ ਦੀ ਉਹ ਪਿਆਸ ਗੁਰੂ ਕਿਰਪਾ ਕਰਕੇ ਸ਼ਬਦ ਦੀ ਦਾਤ ਦੇ ਕੇ, ਨਾਮ ਦੀ ਦਾਤ ਦੇ ਕੇ ਦੂਰ ਕਰਦਾ ਹੈ, ਬੁਝਾਉਂਦਾ ਹੈ। ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹੋ। ਜਿਨ੍ਹਾਂ ਦਾ ਜੀਵਨ ਜਿਹੜਾ ਸਵਾਸ ਸਵਾਸ ਪਰਮੇਸ਼ਰ ਦੇ ਨਾਲ ਜੁੜ ਜਾਂਦਾ,
ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਂਦੀ ਆ। ਜਿਵੇਂ ਸੈਦ ਖਾਂ ਨਾਮ ਦਾ ਇੱਕ ਰਾਜੇ ਦਾ ਜਰਨੈਲ ਹੋਇਆ ਮੁਗਲਾਂ ਦਾ, ਅਨੰਦਪੁਰ ਸਾਹਿਬ ਦੀ ਜੰਗ ਵਿੱਚ ਇਹ ਸਤਿਗੁਰਾਂ ਨੂੰ ਫੜਨ ਵਾਸਤੇ ਆਇਆ ਸੀ। ਪਰ ਜਿਸ ਵੇਲੇ ਇਹਦਾ ਸਾਹਮਣਾ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਇਹਨੇ ਰਸਤੇ ਵਿੱਚ ਫੁਰਨਾ ਬਣਾ ਲਿਆ ਬਈ ਗੁਰੂ ਸਿੱਧਾ ਮੇਰੇ ਨਾਲ ਜੰਗ ਕਰੇ, ਸਿੱਧਾ ਸਾਹਮਣੇ ਆਵੇ, ਐਵੇਂ ਲੋਕਾਂ ਦੇ ਪੁੱਤ ਮਰਵਾਈ ਜਾਂਦਾ। ਇਹਨੇ ਫੁਰਨਾ ਬਣਾਇਆ। ਜਦ ਇਹ ਫੌਜ ਲੈ ਕੇ ਪਹੁੰਚਿਆ, ਅਨੰਦਪੁਰ ਸਾਹਿਬ ਦੇ ਜੰਗ ਦੀ ਗੱਲ ਹੈ, ਤੇ ਉਧਰੋਂ ਗੁਰੂ ਕੀਆਂ ਫੌਜਾਂ ਆਈਆਂ, ਗੁਰੂ ਸਾਹਿਬ ਵੀ ਨਾਲ ਹੈ, ਤੇ ਇਹਦਾ ਫੁਰਨਾ ਪੂਰਾ ਕਰਨ ਵਾਸਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਆ ਗਏ ਤੇ ਇਹਨੂੰ ਵੰਗਾਰਿਆ। ਕਹਿੰਦੇ ਆ ਜਾ ਸੈਦ ਖਾਂ, ਹੁਣ ਤੂੰ ਸੌਂਦਾ ਸੀ, ਮੈਂ ਸਿੱਧਾ ਤੈਨੂੰ ਮਿਲਾਂ। ਤੇ ਸੈਦ ਖਾਂ ਵੀ ਆਪਣੇ ਘੋੜੇ ਨੂੰ ਫੌਜ ਚੋਂ ਕੱਢ ਕੇ ਅੱਗੇ ਆ ਗਿਆ। ਪਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਨਾ, ਤੇ ਇਹਦੇ ਅੰਦਰੋਂ ਵੈਰ ਭਾਵ ਹੀ ਖਤਮ ਹੋ ਗਿਆ। ਜਿਸ ਗੁਰੂ ਗੋਬਿੰਦ ਸਿੰਘ ਦੇ ਬਾਰੇ ਇਹ ਬੜੀਆਂ ਫੜਾਂ ਮਾਰਦਾ ਆਉਂਦਾ ਸੀ ਕਿ ਮੈਂ ਜਾਨ ਸਾਰ ਫੜਨ ਕੇ ਲੈ ਆਉਣਾ, ਬਲਕਿ ਇਹ ਤਾਂ ਸਾਹਮਣੇ ਆ ਕੇ ਘੋੜੇ ਤੋਂ ਉਤਰ ਗਿਆ ਤੇ ਤਲਵਾਰ ਆਪਣੀ ਮਿਆਨ 'ਚ ਪਾ ਲਈ। ਤੇ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਘੋੜੇ 'ਤੇ ਬੈਠੇ ਹਨ, ਤੇ ਆ ਕੇ ਉਹਨਾਂ ਦਾ ਚਰਨ ਫੜ ਲਿਆ। ਮੱਥਾ ਜਿਹੜਾ ਆਪਣਾ ਉਹਨਾਂ ਦੇ ਰਕਾਬ ਵਿੱਚ ਪਏ ਚਰਨ 'ਤੇ ਰੱਖ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਜੀ ਵੀ ਘੋੜੇ ਤੋਂ ਉੱਠੇ, ਇਸ ਦੇ ਹੱਥ ਵਿੱਚ ਹੱਥ ਫੜਿਆ, ਕਿਉਂਕਿ ਦੁਸ਼ਮਣੀ ਖਤਮ ਹੋ ਗਈ, ਪਿਆਰ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਹੱਥ ਫੜਿਆ ਔਰ ਫੌਜ ਵਿੱਚੋਂ ਪਾਸੇ ਲੈ ਗਏ। ਔਰ ਫਿਰ ਉੱਥੇ ਜੋ ਗੱਲਾਂ ਬਾਤਾਂ ਹੋਈਆਂ ਸਤਿਗੁਰਾਂ ਦੇ ਨਾਲ, ਇਹਨੂੰ ਦਰਸ਼ਨ ਦਿੱਤੇ, ਗਿਆਨ ਦਿੱਤੇ। ਔਰ ਗਿਆਨ ਲੈਣ ਤੋਂ ਬਾਅਦ ਇਹ ਫੌਜ ਨੂੰ ਤਿਆਗ ਕੇ ਪਾਉਂਟਾ ਸਾਹਿਬ ਦੇ ਜੰਗਲਾਂ ਵਿੱਚ ਚਲਿਆ ਗਿਆ। ਔਰ ਜੰਗਲਾਂ ਵਿੱਚ ਜਾ ਕਰਕੇ ਗੁਰੂ ਪਿਆਰਿਓ, ਪਹਾੜੀਆਂ ਵਿੱਚ ਜਾ ਕਰਕੇ ਬਹਿ ਗਿਆ, ਤਪ ਕਰਨ ਲੱਗ ਪਿਆ। ਤੇ ਜਦੋਂ ਕਲਗੀਧਰ ਪਾਤਸ਼ਾਹ ਪਾਉਂਟਾ ਸਾਹਿਬ ਗਏ, ਉਸ ਵਕਤ ਇਸ ਨੂੰ ਦਰਸ਼ਨ ਦੇਣਾ ਕੀਤੇ ਤੇ ਨਾਲ ਹੀ ਬ੍ਰਹਮ ਗਿਆਨ ਬਖਸ਼ਿਆ। ਇਸ ਨੇ ਕਿਹਾ ਮਹਾਰਾਜ ਕੁਛ ਸਮਾਂ ਹੋਰ ਦਰਸ਼ਨ ਦਿਓ। ਸਤਿਗੁਰਾਂ ਨੇ ਕਿਹਾ ਕਿ ਹਜ਼ੂਰ ਸਾਹਿਬ ਨੰਦੇੜ ਚਲਿਆ ਜਾ, ਉੱਥੇ ਪਹਿਲਾਂ ਹੀ ਲੱਕੜ ਸ਼ਾਹ ਫਕੀਰ ਰਹਿੰਦਾ ਹੈ, ਉੱਥੇ ਜਾਓ। ਜਿਸ ਨੂੰ ਪਹਿਲੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਕਿ ਤੂੰ ਇਸ ਥਾਂ ਸਾਡੇ ਥੜੇ 'ਤੇ ਝਾੜੂ ਮਾਰਦਾ ਰਹੇ, ਤੈਨੂੰ ਹਰ ਰੋਜ਼ ਇੱਕ ਮੋਹਰ ਮਿਲਿਆ ਕਰੇਗੀ। ਐਸਾ ਹੀ ਹੋਇਆ। ਇਹ ਫਕੀਰ ਬਹੁਤ ਧਨੀ ਹੋ ਗਿਆ। ਜਿੱਥੇ ਗੁਰਦੁਆਰਾ ਮਾਲ ਟੇਕਰੀ ਸਾਹਿਬ ਹੈ, ਉਸ ਥਾਂ 'ਤੇ ਫਿਰ ਸੈਦ ਖਾਨ ਨੇ ਵੀ ਬੈਠ ਕੇ ਬੰਦਗੀ ਕੀਤੀ ਆ। ਔਰ ਸਤਿਗੁਰੂ ਪਾਤਸ਼ਾਹ ਜਦੋਂ ਨੰਦੇੜ ਸਾਹਿਬ ਗਏ ਤੇ ਫਿਰ ਦਰਸ਼ਨ ਕਰਕੇ ਬ੍ਰਹਮਲੀਨ ਹੋ ਗਿਆ, ਭਾਵ ਸਰੀਰ ਤੇ ਆ ਗਿਆ। ਐਸੀ ਅਵਸਥਾ ਪ੍ਰਾਪਤ ਹੋਈ ਜਿਨ੍ਹਾਂ ਨੂੰ ਗੁਰੂ ਦੁਆਰਾ ਪਤੀ ਪਰਮੇਸ਼ਰ ਮਿਲ ਗਿਆ। ਉਹ ਸੈਦ ਖਾਨ ਜਿਹੜਾ ਕਿਸੇ ਵੇਲੇ ਮੁਗਲ ਸਰਕਾਰ ਕੋਲੋਂ ਪਾਨਾਂ ਦਾ ਬੀੜਾ ਖਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਵਾਸਤੇ ਆਇਆ ਸੀ, ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੀ ਉਹਦਾ ਸਭ ਕੁਝ ਬਦਲ ਗਿਆ ਅੰਦਰ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਤੇ ਮਾਨੋ ਜ਼ਿੰਦਗੀ ਦੇ ਸਾਰੇ ਦੁੱਖ ਹੀ ਖਤਮ ਹੋ ਗਏ। ਇਸੇ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਜਿਹੜੀਆਂ ਰੂਹਾਂ ਗੁਰੂ ਦੇ ਗਲੇ ਲੱਗ ਗਈਆਂ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਗਲੇ ਲਾ ਲਿਆ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਪੋਹ ਦੇ ਮਹੀਨੇ ਵਰਗੀ ਠੰਡ ਦੇ ਦੁੱਖ ਵਰਗੇ ਅਨੇਕਾਂ ਜ਼ਿੰਦਗੀ ਦੇ ਦੁੱਖ ਖਤਮ ਹੋ ਗਏ। ਮਨ ਬੇਦਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹੋ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਆ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਬੱਝਿਆ ਰਹਿੰਦਾ, ਉਹਨਾਂ ਨੂੰ ਓਟ ਗੋਬਿੰਦ ਗੋਪਾਲ ਰਾਏ ਹਰ ਸੇਵਾ ਸੁਆਮੀ ਲਾਹੋ। ਲਾਹੋ ਹੁੰਦਾ ਲਾਹਾ, ਫਾਇਦਾ, ਲਾਭ। ਜਿਨ੍ਹਾਂ ਨੂੰ ਹਮੇਸ਼ਾ ਗੁਰੂ ਦੇ ਚਰਨਾਂ ਦੀ ਦਰਸ਼ਨਾਂ ਦੀ ਆਸ ਲੱਗੀ ਰਹਿੰਦੀ ਆ, ਉਹ ਸੇਵਾ ਵਿੱਚ ਲੱਗੇ ਲਾਹਾ ਲੈਂਦੇ ਹਨ, ਲਾਭ ਲੈਂਦੇ ਹਨ। ਇਉਂ ਉਹਨਾਂ ਦੇ ਉੱਤੇ ਗੁਰੂ ਦੀ ਓਟ, ਗੁਰੂ ਦਾ ਆਸਰਾ ਹੋ ਜਾਂਦਾ ਹੈ, ਪਰਮੇਸ਼ਰ ਦਾ ਆਸਰਾ ਹੋ ਜਾਂਦਾ ਹੈ।
ਜਿਸ ਤਰ੍ਹਾਂ ਝੱਖੜ ਹਨੇਰੀ ਵਿੱਚ ਆਪਾਂ ਕਿਸੇ ਕੰਧ ਦੀ ਓਟ ਵਿੱਚ ਹੋ ਜਾਈਏ ਤੇ ਝੱਖੜ ਹਨੇਰੀ ਸਾਨੂੰ ਦੁੱਖ ਨਹੀਂ ਦਿੰਦੀ, ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੀ ਓਟ ਲੈ ਲਈ, ਪਰਮੇਸ਼ਰ ਦੀ ਓਟ ਲੈ ਲਈ, ਉਹ ਪੋਹ ਦੇ ਮਹੀਨੇ ਵਰਗੇ ਦੁੱਖਾਂ ਤੋਂ ਬਚ ਜਾਂਦੇ ਹਨ। ਇਹ ਤਾਂ ਉਦਾਹਰਨ ਹੈ ਪੋਹ ਦੀ ਠੰਡ ਦੀ। ਤਾਂ ਜ਼ਿੰਦਗੀ ਦੇ ਬੜੇ ਦੁੱਖ ਹਨ, ਜਿਵੇਂ ਕਬੀਰ ਸਾਹਿਬ ਕਹਿੰਦੇ ਹਨ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਹੇ ਮਾਲਕੋ, ਮੈਨੂੰ ਕਿਰਪਾ ਕਰਕੇ ਮੇਰੇ ਜੀਵਨ ਦੇ ਦੁੱਖਾਂ ਨੂੰ ਕੱਟੋ। ਵੱਡੇ ਦੁੱਖ ਲੱਗੇ ਹਨ, ਕਦੇ ਮਾਂ ਦੀ ਕੁੱਖ ਵਿੱਚ ਮਚਣਾ, ਗਰਭ ਦੀ ਅਗਨੀ ਵੀ ਸੜਨਾ, ਤੇ ਕਦੇ ਚਿਖਾ ਦੀ ਅੱਗ ਵੀ ਸੜਨਾ। ਇਹੀ ਜੀਵਨ ਨੂੰ ਦੋ ਵੱਡੇ ਦੁੱਖ ਹਨ। ਇਹ ਜੰਮਣਾ ਮਰਨਾ ਖਤਮ ਹੋ ਜਾਵੇ ਤੇ ਸਾਰੇ ਦੁੱਖ ਹੀ ਖਤਮ ਹੋ ਜਾਣ, ਕਿਉਂਕਿ ਬਾਕੀ ਦੇ ਦੁੱਖ ਜਨਮ ਲੈਣ ਤੋਂ ਬਾਅਦ ਮਿਲਦੇ ਆ, ਜ਼ਿੰਦਗੀ ਵਿੱਚ ਜਿਤਨੇ ਵੀ ਆਉਂਦੇ ਆ। ਤਾਂ ਕਬੀਰ ਸਾਹਿਬ ਨੇ ਸਿਰਾ ਫੜ ਲਿਆ, ਜੜ ਪੱਟ ਦਿੱਤੀ, ਮੁੱਢ ਫੜ ਲਿਆ ਵੀ ਇਹਨੂੰ ਖਤਮ ਕਰੋ। ਜੰਮਣਾ ਮਰਨਾ ਖਤਮ ਹੋਇਆ ਤੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ। ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ, ਜਿਨ੍ਹਾਂ ਨੂੰ ਮਾਲਕ ਦੇ ਸੇਵਾ ਦਾ ਲਾਹਾ ਮਿਲ ਗਿਆ, ਵਿਖਿਆ ਪੋਹੇ ਨਾ ਸਕਈ, ਉਹਨਾਂ ਨੂੰ ਵਿਸ਼ੇ ਵਕਾਰ, ਈਰਖਾ, ਦੂਈ, ਦਵੈਰ, ਚਿੰਤਾ, ਸਾੜਾ, ਨਿੰਦਾ, ਚੁਗਲੀ ਆਦਿ ਇਹ ਸਾਰੇ ਦੁੱਖ ਦੇਣ ਵਾਲੇ ਆ। ਇਹ ਸਾਰੇ ਔਗਣ ਜਿਹੜੇ ਮਨੁੱਖ ਵਿੱਚ ਹੁੰਦੇ ਆ ਉਹੀ ਦੁਖੀ ਹੁੰਦਾ। ਨਿੰਦਾ ਕਰਨ ਵਾਲਾ ਵੀ ਆਪਣਾ ਨੁਕਸਾਨ ਕਰਦਾ, ਚੁਗਲੀ ਕਰਨ ਵਾਲਾ ਵੀ ਆਪਣਾ ਹੀ ਨੁਕਸਾਨ ਕਰਦਾ ਆਪ ਦਾ, ਈਰਖਾ ਕਰਨ ਵਾਲਾ ਵੀ ਜਿਹਦੇ ਨਾਲ ਈਰਖਾ ਕਰਦਾ ਉਹਨੂੰ ਪਤਾ ਨਹੀਂ ਲੱਗਦਾ, ਜਿਹੜਾ ਕਰਦਾ ਉਹ ਅੰਦਰੇ ਤਪੀ ਜਾਂਦਾ, ਚਿੰਤਾ ਦੇ ਨਾਲ ਤਪੀ ਜਾਂਦਾ। ਭਾਵ ਇਹ ਸਾਰੇ ਔਗਣ ਜਿਹਦੇ ਅੰਦਰ ਹੁੰਦੇ ਆ ਉਸੇ ਨੂੰ ਦੁੱਖ ਦਿੰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਵਿਖਿਆ, ਇੱਥੇ ਕਹਿ ਦਿੱਤਾ ਬਸ, ਸਾਰੇ ਦੁੱਖਾਂ ਦਾ ਨਾਮ ਇਕੱਠਾ ਵਿਖਿਆ, ਜ਼ਹਿਰ। ਈਰਖਾ ਵੀ ਜ਼ਹਿਰ ਹੈ, ਹੰਕਾਰ ਵੀ ਜ਼ਹਿਰ ਹੈ, ਕਾਮ ਵਾਸ਼ਨਾ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਇਹ ਸਭ ਜ਼ਹਿਰ ਹਨ। ਕਹਿੰਦੇ ਇਹਨਾਂ ਜ਼ਹਿਰਾਂ ਤੋਂ ਗੁਰੂ ਬਚਾ ਲੈਂਦਾ। ਫਿਰ ਉਹਨਾਂ ਨੂੰ ਇਹ ਵਿਸ਼ੇ ਵਕਾਰ ਪੋਹ ਨਹੀਂ ਸਕਦੇ। ਕਿਹਨਾਂ ਨੂੰ? ਮਿਲ ਸਾਧੂ ਗੁਣ ਗਾਹੋ, ਜਿਹੜੇ ਪਰਮੇਸ਼ਰ ਦੇ ਪਿਆਰ ਨੂੰ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਅਖੀਰ ਉਹ ਰੂਹਾਂ, ਜਿਸ ਤਰ੍ਹਾਂ ਇਹ ਸੈਦ ਖਾਂ ਕਿਸੇ ਵੇਲੇ ਜਰਨੈਲ ਬਣ ਕੇ ਫੜਨ ਆਇਆ ਸੀ, ਪਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਬ੍ਰਹਮ ਲੀਨ ਹੋ ਗਿਆ, ਪਰਮੇਸ਼ਰ ਵਿੱਚ ਮਿਲ ਗਿਆ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ, ਉਹਦੇ ਅੰਦਰ ਪਰਮੇਸ਼ਰ ਨਾਲ, ਗੁਰੂ ਨਾਲ ਸੱਚਾ ਪਿਆਰ ਪੈਦਾ ਹੋ ਗਿਆ। ਤੇ ਇਹ ਜੀਵ ਰੂਹ ਜਿਸ ਪਰਮੇਸ਼ਰ 'ਚੋਂ ਪੈਦਾ ਹੋ ਕੇ ਦੁਨੀਆ ਵਿੱਚ ਆਈ ਸੀ, ਵਾਪਸ ਉਹਦੇ ਵਿੱਚ ਸਮਾ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਉਹ ਸੈਦ ਖਾਂ ਨੂੰ ਪਰਮੇਸ਼ਰ ਵਿੱਚ ਮਿਲਾ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ, ਕਰ ਗਹਿ ਲੀਨੀ ਪਾਰ ਬ੍ਰਹਮ। ਕਰ ਗਹਿ ਲੀਨੀ, ਜਿਨ੍ਹਾਂ ਦੀ ਬਾਂਹ ਫੜ ਲਈ, ਜਿਨ੍ਹਾਂ ਦਾ ਹੱਥ ਫੜ ਲਿਆ ਪਰਮੇਸ਼ਰ ਨੇ, ਗੁਰੂ ਨੇ। ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦ ਗਵਾਲੀਅਰ ਦੇ ਕਿਲੇ 'ਚੋਂ ਵਾਪਸ ਨਿਕਲਣ ਲੱਗੇ 40 ਦਿਨਾਂ ਬਾਅਦ, 42 ਦਿਨਾਂ ਬਾਅਦ, ਤਾਂ ਜਿਹੜੇ ਅੰਦਰ ਰਾਜੇ ਕੈਦ ਕੀਤੇ ਹੋਏ ਸੀ ਉਹਨਾਂ ਦੇ ਭਾਲੀ ਤਾਂ ਅੰਦਰ ਸੱਚਖੰਡ ਬਣ ਗਿਆ ਸੀ, ਸਤਸੰਗ ਬਣ ਗਈ ਸੀ। ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਸਾਰੇ ਰਾਜੇ ਰੋਣ ਲੱਗੇ, ਕਹਿੰਦੇ ਮਹਾਰਾਜ ਤੁਸੀਂ ਨਾ ਜਾਓ, ਇੱਥੇ ਹੀ ਰਹੋ, ਸਾਡੇ ਕੋਲ ਬੜਾ ਆਨੰਦ ਬਣਿਆ ਸੀ। ਇੱਕ ਤਾਂ ਜਿਹੜਾ ਜਹਾਂਗੀਰ ਦੇ ਖਜ਼ਾਨੇ 'ਚੋਂ ਰੋਜ਼ਾਨਾ ਖਰਚਾ ਆਉਂਦਾ ਸੀ, ਉਹਦਾ ਕੜਾਹ ਪ੍ਰਸ਼ਾਦ ਬਣਾ ਕੇ ਸਾਰਿਆਂ ਨੂੰ ਖਵਾ ਦਿੰਦੇ। ਤੇ ਕੜਾਹ ਪ੍ਰਸ਼ਾਦ ਗੁਰੂ ਕਿਰਪਾ ਸਦਕਾ ਐਸਾ ਟੌਨਕ ਹੈ ਜਿਹਦੇ ਵਿੱਚ ਹਰ ਤਰ੍ਹਾਂ ਦਾ ਤੱਤ ਆ ਗਿਆ। ਅੱਜ ਸਾਇੰਸਦਾਨਾਂ ਨੂੰ, ਡਾਕਟਰਾਂ ਨੂੰ ਪਤਾ ਲੱਗਿਆ ਵੀ ਜਿਹੜਾ ਗੁਰੂ ਘਰ ਦਾ ਕੜਾਹ ਪ੍ਰਸ਼ਾਦ ਹੈ ਇਹ ਕਿਤਨਾ ਪੌਸ਼ਟਿਕ ਹੈ, ਕਿਤਨੀ ਤਾਕਤ ਰੱਖਦਾ। ਤੇ ਉਹ ਰੋਜ਼ਾਨਾ ਕੜਾਹ ਪ੍ਰਸ਼ਾਦ ਬਣਾ ਕੇ ਉਹਨਾਂ ਭੁੱਖਣ ਭਾਣੇ 52 ਰਾਜਿਆਂ ਨੂੰ ਖਵਾਇਆ ਜਾਂਦਾ। ਉਹ ਤਕੜੇ ਵੀ ਹੋ ਗਏ, ਸਰੀਰ ਕਰਕੇ ਵੀ ਤੇ ਆਤਮਾ ਕਰਕੇ ਵੀ ਤਕੜੇ ਹੋ ਗਏ। ਦਰਸ਼ਨ ਕਰਕੇ, ਸਤਸੰਗ ਕਰਕੇ ਜਦੋਂ ਜਾਣ ਲੱਗੇ ਤੇ ਗੁਰੂ ਸਾਹਿਬ ਨੂੰ ਰੋਕਦੇ ਆ, ਕਹਿੰਦੇ ਮਹਾਰਾਜ ਨਾ ਜਾਓ, ਜੇ ਜਾਣਾ ਤੇ ਸਾਨੂੰ ਵੀ ਲੈ ਕੇ ਜਾਓ। ਤੇ ਗੁਰੂ ਸਾਹਿਬ ਨੂੰ ਦਇਆ ਆਈ ਤੇ ਕਹਿੰਦੇ ਠੀਕ ਹੈ, ਫਿਰ ਜਾਂ ਨਹੀਂ ਜਾਵਾਂਗੇ ਜਾਂ ਲੈ ਕੇ ਜਾਵਾਂਗੇ। ਤੇ ਅਖੀਰ ਜਹਾਂਗੀਰ ਕੋਲ ਸੁਨੇਹਾ ਭੇਜਿਆ ਵੀ ਅਸੀਂ ਨਹੀਂ ਆਉਣਾਗਾ, ਜੇ ਸਾਨੂੰ ਬਾਹਰ ਸੱਦਣਾ ਹੈ ਇਹ ਸਾਰੇ ਰਾਜੇ ਛੱਡਣੇ ਪੈਣਗੇ ਤੈਨੂੰ ਹੁਣ। ਤੇ ਰਾਜਾ ਬੜਾ ਘਬਰਾ ਗਿਆ, ਕਹਿਣ ਲੱਗਿਆ ਇਹ ਤਾਂ ਸਾਰੇ ਹੀ ਇਹਨਾਂ ਦੇ ਰਾਜ ਖੋ ਕੇ ਕੈਦ ਕੀਤੇ ਆ ਜਾਂ ਛੱਡ ਦਿੱਤੇ। ਇਹਨਾਂ ਨੇ ਫੇਰ ਜਿਹੜਾ ਹੈ
ਦੇਸ਼ ਵਿੱਚ ਫਤੂਰ ਪਾ ਦੇਣਾ, ਲੜਾਈਆਂ ਕਰ ਦੇਣੀਆਂ। ਤੇ ਗੁਰੂ ਸਾਹਿਬ ਕਹਿੰਦੇ ਇਹਦੀ ਜ਼ਿੰਮੇਵਾਰੀ ਮੈਂ ਲੈਣਾ, ਇਹ ਲੜਾਈਆਂ ਨਹੀਂ ਕਰਨਗੇ ਹੁਣ। ਫਿਰ ਉਹਨੇ ਸੁਨੇਹਾ ਭੇਜਿਆ ਵੀ ਚੱਲ ਜਿੰਨੇ ਗੁਰੂ ਦਾ ਪੱਲਾ ਫੜ ਕੇ ਨਿਕਲਦੇ ਆ ਉਹਨਾਂ ਨੂੰ ਲੈ ਜਾਓ, ਕੱਢ ਲਿਆਓ। ਤੇ ਗਾਂ ਗੁਰੂ ਸਾਹਿਬ ਨੇ ਵੀ ਉਸ ਤੋਂ ਬਾਅਦ ਸੋਚਦਿਆਂ ਹੋਇਆਂ ਇੱਕ ਐਸਾ ਚੋਲਾ ਤਿਆਰ ਕਰਾਇਆ ਜਿਹਦੇ 52 ਪੱਲੇ ਸਨ, 52 ਕਲੀਆਂ ਸਨ। ਤੇ ਉਹ 52 ਕਲੀਆਂ ਉਹਨਾਂ 52 ਰਾਜਿਆਂ ਨੂੰ ਫੜਾ ਕੇ ਬਾਹਰ ਲੈ ਆਂਦੇ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ, ਕਰ ਗਹਿ ਲੀਨੀ ਪਾਰ ਬ੍ਰਹਮ। ਤਾਂ ਉਹਨਾਂ 52 ਰਾਜਿਆਂ ਦਾ ਹੱਥ ਸਤਿਗੁਰ ਨੇ ਫੜ ਲਿਆ। ਉਹਨਾਂ ਨੂੰ ਸਤਿਗੁਰ ਨੇ ਆਪਣਾ ਪੱਲਾ ਫੜਾ ਦਿੱਤਾ। ਬਹੁੜ ਦਾ ਵਿਛੜੀ ਆਹੋ, ਉਹਨਾਂ ਰੂਹਾਂ ਦਾ ਵੀ ਉਧਾਰ ਕੀਤਾ ਜਿਨ੍ਹਾਂ ਨੇ ਗੁਰੂ ਦਾ ਹੱਥ ਫੜ ਲਿਆ ਜਾਂ ਗੁਰੂ ਨੂੰ ਆਪਣਾ ਹੱਥ ਫੜਾ ਦਿੱਤਾ। ਬਾਹਰ ਜਾਓ ਲੱਖ ਬੇਰੀਆਂ, ਹਰ ਸੱਜਣ ਅਗੰਮ ਅਗਾਹੋ। ਉਹ ਰੂਹਾਂ ਜਿਹੜੀਆਂ ਗੁਰੂ ਦੇ ਇਸ ਆਨੰਦ ਨੂੰ ਪ੍ਰਾਪਤ ਕਰ ਚੁੱਕੀਆਂ ਨਾ, ਉਹ ਫਿਰ ਕੀ ਕਹਿੰਦੀਆਂ ਕਿ ਮੈਂ ਐਸੇ ਗੁਰੂ ਤੋਂ ਬਾਰ-ਬਾਰ ਬਲਿਹਾਰੇ ਜਾਵਾਂ, ਐਸੇ ਸੱਜਣ ਤੋਂ ਬਾਰ-ਬਾਰ ਬਲਿਹਾਰੇ ਜਾਵਾਂ ਜੋ ਬੜਾ ਅਗੰਮ ਅਗਾਹੋ, ਬੜਾ ਵਿਸ਼ਾਲ ਹੈ, ਬੜਾ ਬੇਅੰਤ ਹੈ, ਜਿਹਦਾ ਅੰਤ ਕੋਈ ਨਹੀਂ। ਸਰਮ ਪਈ ਨਾਰਾਇਣ, ਜਿਨ੍ਹਾਂ ਦੀ ਮਿਹਨਤ ਸਤਿਗੁਰ ਦੇ ਚਰਨਾਂ ਵਿੱਚ ਸਫਲੀ ਹੋ ਗਈ। ਸ਼ਰਮ ਦੇ ਕਈ ਅਰਥ ਹੈ। ਸ਼ਰਮ ਦਾ ਅਰਥ ਮਿਹਨਤ ਵੀ ਹੈ ਤੇ ਸ਼ਰਮ ਦਾ ਅਰਥ ਗੁਰੂ ਪਿਆਰਿਓ ਲਾਜ ਵੀ ਆ। ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਗੁਰੂ ਪਿਆਰਿਓ ਨਿਸ਼ਚਾ ਆ ਗਿਆ, ਭਰੋਸਾ ਆ ਗਿਆ। ਸ਼ਰਮ ਪਈ ਨਾਰਾਇਣ, ਸਤਿਗੁਰੂ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਪ੍ਰਭੂ ਦੇ ਦਰ ਤੇ ਸ਼ਰਨ ਜਾ ਕੇ ਪੈ ਗਏ, ਜਿਨ੍ਹਾਂ ਨੂੰ ਗੁਰੂ ਨੇ, ਗੁਰੂ ਪਿਆਰਿਓ ਜਿਨ੍ਹਾਂ ਦੀ ਲੱਜਾ ਰੱਖ ਲਈ, ਲਾਜ ਰੱਖ ਲਈ, ਗੁਰੂ ਦੇ ਚਰਨਾਂ ਵਿੱਚ ਜਿਹੜੇ ਆ ਗਏ। ਸ਼ਰਮ ਪਈ ਨਾਰਾਇਣੇ, ਦਾ ਨਾਨਕ ਦਰ ਪਈ ਆਹੋ। ਜਿਵੇਂ ਗੁਰੂ ਪਿਆਰੋ ਪ੍ਰੇਮਾ ਕੋੜੀ ਤੀਜੇ ਪਾਤਸ਼ਾਹ ਜੀ ਦੇ ਹਜ਼ੂਰ ਗੋਇੰਦਵਾਲ ਸਾਹਿਬ, ਜਿੱਥੇ ਬੌਲੀ ਸਾਹਿਬ ਹੈ, ਉੱਥੇ ਲਿਜਾ ਕੇ ਸੰਗਤਾਂ ਨੇ ਬਿਠਾ ਦਿੱਤਾ। ਕਈ ਮਹੀਨੇ ਉੱਥੇ ਬੈਠਾ ਰਿਹਾ ਤੇ ਇੱਕ ਦਿਨ ਗੁਰੂ ਸਾਹਿਬ ਨੂੰ ਦਇਆ ਆਈ ਤੇ ਸਿੱਖਾਂ ਨੂੰ ਕਹਿੰਦੇ ਜਾਓ ਉਹ ਪ੍ਰੇਮੇ ਕੋੜੀ ਨੂੰ ਉਹ ਚਬੱਚੇ ਵਿੱਚ ਇਸ਼ਨਾਨ ਕਰਾ ਕੇ ਲੈ ਕੇ ਆਓ। ਤੇ ਸਤਿਗੁਰ ਨੇ ਦਇਆ ਕੀਤੀ, ਕਿਰਪਾ ਕੀਤੀ ਤੇ ਉਹ ਪ੍ਰੇਮਾ ਕੋੜੀ ਜਿਹਦੇ ਹੱਥ ਪੈਰ ਮੁੜੇ ਹੋਏ ਸੀ, ਐਸੀ ਕਿਰਪਾ ਦ੍ਰਿਸ਼ਟੀ ਪਾਈ, ਉਹ 9 ਬਰ 9 ਹੋ ਗਿਆ, ਕੋੜ ਵੀ ਖਤਮ ਹੋ ਗਿਆ। ਤੇ ਗਾਉਣ ਲੱਗਿਆ, ਗਿਆ ਕਛੋਟਾ ਲੱਧਾ ਪਿਆਰਿਆ, ਗਿਆ ਕਛੋਟਾ ਲੱਧਾ ਕਛੋਟਾ ਕਛਹਿਰਾ। ਇੱਜ਼ਤ ਦਾ ਪ੍ਰਤੀਕ ਸ਼ਬਦ ਹੈ ਇਹ। ਕਹਿੰਦੇ ਮੇਰੀ ਗਈ ਹੋਈ ਇੱਜ਼ਤ ਦੁਬਾਰਾ ਮਿਲ ਗਈ ਹੈ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਉਹਨਾਂ ਦੀ ਲਾਜ ਰੱਖ ਲਈ ਪਰਮੇਸ਼ਰ ਨੇ, ਜਿਹੜੇ ਉਹਦੇ ਦਰ 'ਤੇ ਆ ਗਏ। ਸਤਿਗੁਰੂ ਪਾਤਸ਼ਾਹ ਨੇ ਉਸ ਪ੍ਰੇਮੇ ਕੋੜੀ ਨੂੰ ਇਕੱਲਾ 9 ਬਰ 9 ਹੀ ਨਹੀਂ ਕੀਤਾ, ਉਹਨੂੰ ਬ੍ਰਹਮ ਗਿਆਨ ਵੀ ਦਿੱਤਾ। ਫਿਰ ਉਹਦੀ ਸ਼ਾਦੀ ਕੀਤੀ। ਫਿਰ ਉਹਨਾਂ ਦੋਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ। ਕੋਈ ਸਤਨਾਮ ਸੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਫਿਰ ਗੁਰੂ ਨੂੰ ਲਾਜ ਹੁੰਦੀ ਆ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ। ਜਿਹੜੀਆਂ ਰੂਹਾਂ ਗੁਰੂ ਦੇ ਚਰਨਾਂ ਵਿੱਚ ਆ ਗਈਆਂ, ਜਿਨ੍ਹਾਂ ਨੂੰ ਗੁਰੂ ਨੇ ਬਖਸ਼ ਲਿਆ, ਉਹ ਪੋਹ ਵਿੱਚ ਵੀ ਦੁਖੀ ਨਹੀਂ ਹੁੰਦੀਆਂ, ਭਾਵ ਉਹ ਦੁੱਖਾਂ ਵਿੱਚ ਵੀ ਦੁਖੀ ਨਹੀਂ ਹੁੰਦੀਆਂ। ਜਿਵੇਂ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਣਾ, ਸਤੀ ਦਾਸ ਨੂੰ ਰੂਪ ਵਿੱਚ ਲਪੇਟ ਕੇ ਸ਼ਹੀਦ ਕਰ ਦੇਣਾ, ਜਿਵੇਂ ਗੁਰੂ ਪਿਆਰੋ ਭਾਈ ਦਿਆਲੇ ਨੂੰ ਉਬਲ ਦੇ ਦੇਗੇ ਵਿੱਚ ਬਿਠਾ ਦੇਣਾ, ਤਾਂ ਉਹਨਾਂ ਨੂੰ ਉਹ ਦੁੱਖ ਵੀ ਦੁਖੀ ਨਹੀਂ ਕਰ ਸਕਦੇ। ਜਿਵੇਂ ਪੋਹ ਦਾ ਮਹੀਨਾ, ਠੰਡ ਦਾ ਮਹੀਨਾ ਹੈ। ਜਿਹੜੀਆਂ ਰੂਹਾਂ ਗੁਰੂ ਦੇ ਚਰਨੀ ਲੱਗ ਗਈਆਂ, ਮਾਲਕ ਦੇ ਲੜ ਲੱਗ ਗਈਆਂ, ਉਹਨਾਂ ਨੂੰ ਫਿਰ ਕੋਈ ਦੁਖੀ ਨਹੀਂ ਕਰ ਸਕਦਾ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ। ਜਿਨ੍ਹਾਂ ਨੂੰ ਮਾਲਕ ਬਖਸ਼ ਲਵੇ। ਇਹ ਸੀ ਅੱਜ ਦੇ ਪਵਿੱਤਰ ਦਿਹਾੜੇ 'ਤੇ ਪੋਹ ਰੂਪੀ ਸ਼ਬਦ। ਇਹ ਜਿਹੜੇ ਸ਼ਬਦ ਲਿਖੇ ਆ ਨਾ, ਵੇਖਣ ਨੂੰ ਤਾਂ ਇਹ ਮਹੀਨੇ ਦਾ ਨਾਂ ਲੱਗਦਾ ਹੈ, ਪਰ ਅਸਲ ਵਿੱਚ ਮਹੀਨੇ ਦਾ ਨਾਂ ਨਹੀਂ ਹੈ। ਅਸਲ ਦੇ ਵਿੱਚ ਸਤਿਗੁਰ ਨੇ ਮਹੀਨੇ ਦਾ ਨਾਂ ਲਿਖ ਕੇ ਇਹਦੇ ਵਿੱਚ ਡਬਲ ਅਰਥ ਰੱਖੇ ਨੇ। ਜਿਵੇਂ ਕੱਤਕ ਸ਼ਬਦ ਹੈ, ਆਪਾਂ ਕੱਤਕ ਕਹਿੰਦੇ ਆ, ਇਹਦਾ ਅਰਥ ਹੈ ਕਤਨਾ, ਭਾਵ ਜ਼ਿੰਦਗੀ ਵਿੱਚ ਕੀਤੇ ਹੋਏ ਕਰਮ। ਕੱਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਇਸੇ ਤਰ੍ਹਾਂ ਹੀ ਪੋਹ ਦਾ ਮਹੀਨਾ ਜਿਹੜਾ ਹੈ, ਇਹਦਾ ਵੀ ਅਰਥ ਇਹ ਹੈ ਕਿ ਜਦੋਂ ਕੋਈ ਗੁਰੂ ਦੇ ਚਰਨਾਂ ਨੂੰ ਜੁੜ ਜਾਂਦਾ ਹੈ। ਪੋਖ ਸੁਹੰਦਾ ਸਰਬ ਸੁਖ, ਜਿਹਨੇ ਗੁਰੂ ਦੇ ਚਰਨ ਫੜ ਲਏ,
ਜਿਹਨੇ ਗੁਰੂ ਦੇ ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਸਪਰਸ਼ ਕਰ ਲਿਆ, ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਉਹਨਾਂ ਨੂੰ ਪਰਮੇਸ਼ਰ ਨੇ ਵੀ ਮਾਫ ਕਰ ਦਿੱਤਾ। ਉਹਨਾਂ ਨੂੰ ਧਰਮ ਰਾਏ ਦੇ ਵੀ ਕਾਗਜ਼ ਪਾੜੇ ਗਏ। ਧਰਮ ਰਾਏ ਐਸੇ ਚਵੈ ਕੀਤੋ ਭਵਨ ਪੁਨੀਤ। ਧਰਮਰਾਜ ਵੀ ਹੱਥ ਬੰਨ੍ਹ ਕੇ ਉਹਨਾਂ ਨੂੰ ਕਹਿੰਦਾ ਜੀ ਬੜੀ ਕਿਰਪਾ ਕੀਤੀ, ਮੇਰੇ ਘਰ ਆ ਕੇ ਚਰਨ ਪਾਏ। ਭਾਵ ਉਹਨਾਂ ਨੂੰ ਬਖਸ਼ਿਆ ਜਾਂਦਾ। ਫਿਰ ਰੇ ਦਰਗਹਿ ਕਹੈ ਨ ਕਹੂ, ਆਓ ਬੈਠ ਆਦਰ ਸੁਭ ਦਿਓ। ਉਹਨਾਂ ਨੂੰ ਹਰ ਥਾਂ 'ਤੇ ਸਤਿਕਾਰ ਮਿਲਦਾ। ਦਰਗਾਹ ਦੇ ਵਿੱਚ ਵੀ ਕੋਈ ਉਹਨਾਂ ਨੂੰ ਇਹ ਨਹੀਂ ਕਹਿੰਦਾ ਓਏ ਤੂੰ ਕੌਣ ਹੈ, ਕਿੱਧਰ ਚੱਲੇ ਆ, ਕੋਈ ਪੁੱਛ ਗਿੱਛ ਨਹੀਂ ਹੁੰਦੀ ਉਹਨਾਂ ਦੀ। ਸੋ ਐਸਾ ਇਹ ਪਵਿੱਤਰ ਸ਼ਬਦ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕੀਤੀ, ਪ੍ਰਵਾਨ ਹੋਵੇ ਸਤਿਗੁਰ ਦੇ ਚਰਨਾਂ ਵਿੱਚ। ਸਾਡਾ ਜ਼ਿੰਦਗੀ, ਸਾਡਾ ਜੀਵਨ ਗੁਰੂ ਵਾਲੇ ਬਣ ਜਾਈਏ, ਗੁਰੂ ਦੇ ਲੜ ਲੱਗੀਏ, ਆਪਣਾ ਜੀਵਨ ਸਫਲਾ ਕਰੀਏ। ਇਹ ਪੋਹ ਦਾ ਮਹੀਨਾ, ਅੱਜ ਦਾ ਦਿਹਾੜਾ, ਸੰਗਰਾਂਦ ਦਾ ਦਿਹਾੜਾ ਸਾਨੂੰ ਇਹ ਸਿੱਖਿਆ ਦਿੰਦਾ। ਆਓ ਸਮਾਪਤੀ ਕਰੀਏ। ਅਗਲੇ ਸ਼ਬਦ ਦੇ ਵਿਚਾਰ ਫਿਰ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।